जी आए ਨੂੰ प्यारे विद्यार्थियों सीनियर सैकेंडरी क्लासेस अर्थात 11th ਅਤੇ 12th ਦੀ ਇੰਗਲਿਸ਼ ਦੀ ਕਿਤਾਬ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ ਉਸ ਦਾ ਲੈਸਨ ਨੰਬਰ 6 ਟਰਾਂਸਫਾਰਮੇਸ਼ਨ ਆਫ ਸੈਂਟੈਂਸਸ ਇਸ ਦੀਆਂ ਦੋ ਐਕਸਰਸਾਈਜ਼ਸ 8 ਐਂਡ 9 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਨੋਟਬੁੱਕ ਅਤੇ ਪੈਨ ਲੈ ਲਓ, ਆਨਸਰਸ ਨੂੰ ਕਾਪੀ ਡਾਊਨ ਕਰ ਲਓ, ਪਰ ਮਗਰੋਂ ਦੀ ਇਹਨਾਂ ਨੂੰ ਪੜ੍ਹ ਕੇ ਆਪ ਬਿਨਾਂ ਦੇਖੇ ਇਹਨਾਂ ਐਕਸਰਸਾਈਜ਼ਸ ਨੂੰ ਆਪਣੇ ਤੌਰ ਤੇ ਕਰਨ ਦਾ ਅਭਿਆਸ ਜ਼ਰੂਰ ਕਰੋ। ਸੋ ਆਓ ਸ਼ੁਰੂ ਕਰੀਏ। Exercise 8 ਕਹਿੰਦੀ ਹੈ transform the following simple sentences into complex sentences. So complex sentences ਸਾਨੂੰ ਪਤਾ ਹੈ ਬੱਚਿਓ ਇਹਦੇ ਵਿੱਚ ਇੱਕ subordinate ਜਾਂ dependent clause ਆ ਜਾਂਦਾ ਹੁੰਦਾ ਹੈ। So it's that, who, where, which, although, though, even if ਇਸ ਤਰ੍ਹਾਂ ਦੇ ਜਿਹੜੇ conjunctions ਨੇ ਉਹ ਆਉਂਦੇ ਨੇ, ਠੀਕ ਹੈ। So owing to repeated failures ਇਹ sentence ਦਿੱਤਾ ਹੋਇਆ she made no effort, ਇਹ simple sentence ਹੈ। ਸੋ ਇਹਨੂੰ ਅਸੀਂ ਤਿੰਨ ਢੰਗ ਦੇ ਨਾਲ ਇੱਦਾਂ ਕਰ ਸਕਦੇ ਹਾਂ, ਬਿਕੋਜ਼ ਲਿਖ ਕੇ, ਸਿੰਸ ਲਿਖ ਕੇ ਅਤੇ ਐਜ਼ ਲਿਖ ਕੇ। ਇਹ ਤਿੰਨਾਂ ਦਾ ਇੱਕੋ ਮਤਲਬ ਹੈ। ਓਇੰਗ ਟੂ ਇੱਕ ਮੁਹਾਵਰਾ ਹੈ, ਚਲੋ ਇਹ ਵੀ ਲਿਖ ਲਓ ਤੁਸੀਂ, ਤੁਹਾਡੀ ਜਾਣਕਾਰੀ 'ਚ ਵਾਧਾ ਕਰਦੀ ਹੈ। ਓਇੰਗ ਟੂ ਦਾ ਮਤਲਬ ਹੁੰਦਾ ਡਿਊ ਟੂ ਜਾਂ ਬਿਕੋਜ਼ ਆਫ, ਇਹ ਲਿਖ ਲਓ। ਓਇੰਗ ਟੂ ਬਰਾਬਰ ਡਿਊ ਟੂ ਜਾਂ ਬਿਕੋਜ਼ ਆਫ ਅਸੀਂ ਲਿਖ ਸਕਦੇ ਹਾਂ, ਠੀਕ ਹੈ। ਇਹਦੇ ਕਰਕੇ, ਕਿਹਦੇ ਕਰਕੇ? ਰਿਪੀਟਡ ਫੇਲੀਅਰਸ, ਬਾਰ-ਬਾਰ ਦੀ ਨਾਕਾਮਯਾਬੀ ਕਰਕੇ she made no effort, ਉਹਨੇ ਕੋਈ ਯਤਨ ਨਹੀਂ ਕੀਤਾ। ਸੋ ਇਹਨੂੰ ਕਿੱਦਾਂ ਕਰਾਂਗੇ? ਬਿਕੋਜ਼ ਫੇਲੀਅਰ ਤੋਂ ਅਸੀਂ ਬਣਾਉਣਾ ਫੇਲਡ ਹੈ, ਫੇਲੀਅਰ ਹੈਗਾ ਨਾਊਨ ਹੈਗਾ, ਠੀਕ ਹੈ। ਸੋ ਇਹਨੂੰ ਅਸੀਂ ਵਰਬ ਵਿੱਚ ਕਨਵਰਟ ਕਰਨਾ ਹੈ ਕੰਪਲੈਕਸ ਸੈਂਟੈਂਸ ਬਣਾਉਣ ਲਈ। ਬਿਕੋਜ਼ she failed repeatedly she made no effort. ਸੋ ਬਿਕੋਜ਼ ਦੀ ਜਗ੍ਹਾ ਸਿੰਸ ਲਿਖ ਦਿਓ, ਬਾਕੀ ਸਾਰਾ ਉਹੀ, ਜਾਂ ਸਿੰਸ ਦੀ ਜਗ੍ਹਾ ਬਿਕੋਜ਼ ਦੀ ਜਗ੍ਹਾ ਤੁਸੀਂ ਐਜ਼ ਵੀ ਲਿਖ ਸਕਦੇ ਹੋ ਤੇ ਬਾਕੀ ਸਾਰਾ ਸੈਂਟੈਂਸ ਉਹੀ, ਠੀਕ ਹੈ। ਤਿੰਨੋਂ ਠੀਕ ਨੇ। ਸੋ he is too weak to stand, ਅਰਥਾਤ ਉਹ ਖੜਾ ਹੋਣ ਲਈ ਬਹੁਤ ਮਾੜਾ ਹੈ। ਅਰਥਾਤ ਕਹਿਣ ਦਾ ਮਤਲਬ ਕਿ ਉਹ ਇੰਨਾ ਮਾੜਾ ਹੈ ਕਿ ਉਹ ਖੜਾ ਨਹੀਂ ਹੋ ਸਕਦਾ। ਸੋ ਇੱਥੇ ਸੋ ਅਤੇ ਦੈਟ ਦਾ ਜਿਹੜਾ ਜੋੜਾ ਹੈ ਵਰਤਿਆ ਜਾਂਦਾ, ਸੋ ਦੈਟ। ਜਿੱਥੇ ਦਾ ਟੂ ਤੇ ਟੂ ਆਵੇ ਇਹਨੂੰ ਚੇਂਜ ਕਰਨ ਲਈ ਸੋ ਅਤੇ ਦੈਟ ਵਰਤੀਦਾ। he is so weak that he cannot stand, ਅਰਥਾਤ ਉਹ ਇੰਨਾ ਕਮਜ਼ੋਰ ਹੈ ਕਿ ਉਹ ਖੜਾ ਨਹੀਂ ਹੋ ਸਕਦਾ। ਫਿਰ they went to ਚੰਡੀਗੜ੍ਹ to buy a car, ਹੁਣ ਟੂ ਬਾਈ ਇਨਫਿਨਿਟਿਵ ਹੈਗਾ, ਇਹਨੂੰ ਹਟਾਉਣਾ ਆਪਾਂ, ਠੀਕ ਹੈ। ਸੋ ਇਨਫਿਨਿਟਿਵ ਨੂੰ ਅਸੀਂ ਫਾਈਨਾਈਟ ਵਿੱਚ ਕਨਵਰਟ ਕਰਨਾ ਹੈ। ਇਹ ਫਾਈਨਾਈਟ ਇੱਕ ਹੈਗਾ, ਇਹ ਸਿੰਪਲ ਸੈਂਟੈਂਸ ਹੈਗਾ, ਇਹਨੂੰ ਕਨਵਰਟ ਕਰਾਂਗੇ, ਉਹਦੇ ਵਿੱਚ ਬਣ ਜਾਏਗਾ ਇਹ ਕੰਪਲੈਕਸ ਸੈਂਟੈਂਸ ਵਿੱਚ। ਸੋ they went to ਚੰਡੀਗੜ੍ਹ so that, ਜਦੋਂ ਇਹਦੇ ਇਨਫਿਨਿਟਿਵ ਹੋਵੇ ਜ਼ਿਆਦਾਤਰ ਇਹਨੂੰ so that ਕਰੀਦਾ ਹੁੰਦਾ, so that they could buy a car, ਕਿਉਂਕਿ ਇੱਥੇ went ਹੈਗਾ। ਸੋ ਕੈਨ ਦੀ ਜਗ੍ਹਾ ਕੁਡ ਆਏਗਾ, ਮਤਲਬ ਕੈਨ ਨਹੀਂ ਆਏਗਾ, ਕੁਡ ਆਏਗਾ। ਉਹ ਚੰਡੀਗੜ੍ਹ ਗਏ ਤਾਂ ਕਿ ਉਹ ਕਾਰ ਖਰੀਦ ਸਕਣ, ਠੀਕ ਹੈ। ਅੱਗੇ ਚਲੀਏ। he would be very pleased to help us in any way, ਉਹ ਸਾਡੀ ਕਿਸੇ ਵੀ ਢੰਗ ਨਾਲ ਮਦਦ ਕਰਨ ਵਿੱਚ ਖੁਸ਼ੀ ਮਹਿਸੂਸ ਕਰੇਗਾ, ਠੀਕ ਹੈ। ਸੋ ਇਹਨੂੰ ਇਹ ਇੱਦਾਂ ਲਿਖ ਸਕਦੇ ਹਾਂ, if he could help us in any way he would be very pleased. ਸੋ he would be very pleased ਪਹਿਲੇ ਲਿਖ ਸਕਦੇ ਹਾਂ, ਇਹ ਚੀਜ਼ ਬਾਅਦ ਚੋਂ ਲਿਖ ਸਕਦੇ ਹਾਂ, ਕੋਈ ਫਰਕ ਨਹੀਂ ਪਏਗਾ। he would be very pleased if he could help us in any way, ਜੇ if ਪਹਿਲੇ ਆਉਂਦਾ ਹੈ ਤੇ ਇੱਥੇ ਕੋਮਾ ਆਏਗਾ, ਜੇ if ਇੱਥੇ ਆਉਂਦਾ ਹੈ ਫਿਰ ਕੋਮਾ ਨਹੀਂ ਆਏਗਾ, ਬਸ ਇੰਨਾ ਫਰਕ ਹੈ, ਠੀਕ ਹੈ। ਫਿਰ ਆ ਗਿਆ of all the players ਵਿਰਾਟ is the best batsman, ਅਰਥਾਤ ਸਾਰੇ ਖਿਡਾਰੀਆਂ ਵਿੱਚੋਂ ਵਿਰਾਟ ਸਭ ਤੋਂ ਵਧੀਆ ਬੱਲੇਬਾਜ਼ ਹੈ। ਇਹ ਹੁਣ ਸਿੰਪਲ ਸੈਂਟੈਂਸ ਹੈ, ਤੈਨੂੰ ਕਿੱਦਾਂ ਕਰਾਂਗੇ? ਵਿਰਾਟ ਇਜ਼ ਅ ਬੈਟਸਮੈਨ, ਵਿਰਾਟ ਇੱਕ ਬੱਲੇਬਾਜ਼ ਹੈ। who is the, ਇਹ who ਹੁਣ ਕੰਜੰਕਸ਼ਨ ਆ ਗਿਆ ਵਾਲਾ, ਤੇ ਇਧਰੋਂ ਦੀ ਤੁਹਾਡਾ ਸਬਆਰਡੀਨੇਟ ਕਲੌਜ਼ ਹੋ ਗਿਆ, ਠੀਕ ਹੈ। who is the best of all the players, ਇਹ ਬਣ ਗਿਆ ਕੰਪਲੈਕਸ ਸੈਂਟੈਂਸ, ਠੀਕ ਹੈ। ਅੱਗੇ ਚਲੀਏ। on reaching the city she went straight to her college, ਅਰਥਾਤ ਸ਼ਹਿਰ ਪਹੁੰਚਣ ਤੇ ਉਹ ਸਿੱਧੀ ਆਪਣੇ ਕਾਲਜ ਗਈ। ਤੈਨੂੰ ਕਿੱਦਾਂ ਕਵਾਂਗੇ? when she reached the city, ਜਦੋਂ ਉਹ, ਇਹ ਹੁਣ ING ਵਾਲਾ ਹੈਗਾ ਬੱਚਿਓ, ਜਿਹੜਾ ਪ੍ਰੈਜ਼ੈਂਟ ਪਾਰਟੀਸਿਪਲ ਹੈਗਾ ING, ਹੈ ਨਾ। ਸੋ ਇਹਨੂੰ ਬਦਲਣਾ ਆਪਾਂ, ਇਹ 'ਚ ਬਦਲ ਦਿੱਤਾ, ਠੀਕ ਹੈ। when she reached the city she went straight to her college. ਸੋ ਇੱਦਾਂ on reaching, ਜਿੱਦਾਂ ਇੱਦਾਂ ਆਵੇ on reaching, on arriving, on eating, on sleeping, something ਇੱਦਾਂ ਕਰਕੇ। ਸੋ ਅਸੀਂ ਇੱਥੇ when ਤੋਂ ਸਟਾਰਟ ਕਰਦੇ ਹਾਂ, ਠੀਕ ਹੈ। ਸੋ ਇਹ ਆ ਗਿਆ। ਅੱਗੇ ਚਲੀਏ। being lost in thoughts I could not see him,
ਬੀਇੰਗ ਲੋਸਟ ਇਨ ਥਾਟਸ ਹੀ ਹੁੰਦਾ ਹੈ, ਖਿਆਲਾਂ ਵਿੱਚ ਗਵਾਚਿਆ ਹੋਇਆ, ਸੋਚਾਂ ਵਿੱਚ ਡੁੱਬਿਆ ਹੋਇਆ। ਆਮ ਤੌਰ ਤੇ ਬੰਦਾ ਮੰਨ ਲਓ ਮੈਂ ਬੈਠਾ ਤੇ ਮੈਂ ਕਿਸੇ ਧਿਆਨ ਸੀਗਾ ਤੇ ਮੇਰੇ ਮੂਹਰਿਓਂ ਕੋਈ ਮੇਰਾ ਬੜਾ ਨੇੜਲਾ ਜਾਣਕਾਰ ਬੰਦਾ ਲੰਘਿਆ ਤੇ ਮੈਂ ਉਹਦੇ ਵੱਲ ਕੋਈ ਤਵੱਜੋ ਨਹੀਂ ਦਿੱਤੀ, ਮੈਂ ਉਹਨੂੰ ਕੋਈ ਸਤਿ ਸ਼੍ਰੀ ਅਕਾਲ ਨਹੀਂ ਬੁਲਾਈ, ਹਨਾ। ਤੇ ਉਹ ਕਹਿੰਦਾ ਕੀ ਗੱਲ ਭਾਜੀ, ਕੀ ਗੱਲ ਤੁਹਾਡੇ ਮੂਹਰੇ ਲੰਘਿਆ ਮੈਂ ਦਿਖਿਆ ਨਹੀਂ। ਤੇ ਮੈਂ ਕਹਾਂਗਾ ਬੀਇੰਗ ਲੋਸਟ ਇਨ ਥਾਟਸ, ਯਾਰ ਮੈਂ ਤੇ ਆਪਣੇ ਖਿਆਲਾਂ ਵਿੱਚ ਡੁੱਬਿਆ ਸੀ, ਮੈਂ ਕਿਹਦੀ ਸੋਚਾਂ ਵਿੱਚ ਪਿਆ ਸੀ, ਤਾਂ ਮੈਨੂੰ ਤੂੰ ਦਿਖਿਆ ਹੀ ਨਹੀਂ ਹੈਗਾ। ਸੋ ਬੀਇੰਗ ਲੋਸਟ ਇਨ ਥਾਟਸ ਆਈ ਕੁਡ ਨਾਟ ਸੀ ਹਿਮ, ਅਰਥਾਤ ਖਿਆਲਾਂ ਵਿੱਚ ਡੁੱਬਿਆ ਹੋਣ ਕਰਕੇ, ਸੋਚਾਂ ਵਿੱਚ ਗਵਾਚਿਆ ਹੋਣ ਕਰਕੇ ਮੈਂ ਉਹਨੂੰ ਨਹੀਂ ਦੇਖ ਸਕਿਆ। ਹੁਣ ਇਹ ਹੈਗਾ ਸਿੰਪਲ ਸੈਂਟੈਂਸ, ਇਹਨੂੰ ਅਸੀਂ ਕਿੱਦਾਂ ਕਰਾਂਗੇ? ਬਿਕੋਜ਼, ਸਿੰਸ ਜਾਂ ਐਜ਼, ਤਿੰਨਾਂ ਦਾ ਇੱਕੋ ਹੀ ਮਤਲਬ, ਬਿਕੋਜ਼, ਸਿੰਸ, ਐਜ਼ ਕਰਕੇ। Because I was lost in my thoughts, I could not see him. Now, since I was lost in my thoughts, I could not see him. As I was lost in my thoughts, I could not see him. ਇਹ ਤਿੰਨੋਂ ਤਰੀਕਿਆਂ ਨਾਲ ਅਸੀਂ ਲਿਖ ਸਕਦੇ ਹਾਂ। ਅੱਗੇ ਚਲੀਏ, he got plucked in the tests because of his careless attitude. Attitude ਮੈਨੇ ਹੁੰਦਾ ਨਜ਼ਰੀਆ, ਵਤੀਰਾ। Careless ਮੈਨੇ ਲਾਪਰਵਾਹ, careless attitude ਲਾਪਰਵਾਹੀ ਵਾਲਾ ਵਤੀਰਾ। ਸੋ ਬਿਕੋਜ਼ ਆਫ ਹਿਸ ਕੇਅਰਲੈਸ ਐਟੀਟਿਊਡ, ਆਪਣੀ ਲਾਪਰਵਾਹੀ ਵਾਲੇ ਵਤੀਰੇ ਕਰਕੇ ਹੀ ਗॉट ਪਲੱਗਡ ਇਨ ਦਾ ਟੈਸਟ, ਉਹ ਆਪਣੇ ਟੈਸਟਾਂ ਵਿੱਚ ਫੇਲ ਹੋ ਗਿਆ। ਠੀਕ ਹੈ, ਸੋ ਕਹਿੰਦੇ ਹੁਣ ਇੱਦਾਂ ਕਰਾਂਗੇ, ਹੀ ਗॉट ਪਲੱਗਡ ਇਨ ਦਾ ਟੈਸਟਸ ਬਿਕੋਜ਼ ਹੀ ਹੈਡ ਅ ਕੇਅਰਲੈਸ ਐਟੀਟਿਊਡ। ਤੇ ਹੈਡ ਅਸੀਂ ਕਰ ਦਿੱਤਾ ਵਰਬ ਲੈਣ ਦੀ, ਹੀ ਹੈਡ ਅ ਕੇਅਰਲੈਸ ਐਟੀਟਿਊਡ। ਅੱਗੇ ਚਲੀਏ, ਹੁਣ ਆ ਗਿਆ, on being caught red-handed he had to admit his mistake. on being caught red-handed, red-handed ਬੱਚੋ ਇੱਕ ਮੁਹਾਵਰਾ ਹੈ। ਰੈਡ ਕਿਉਂਕਿ ਖੂਨ ਲਾਲ ਰੰਗ ਦਾ ਹੁੰਦਾ ਹੈ ਤੇ ਆਮ ਤੌਰ ਤੇ ਮਰਡਰ ਕਰਦੇ, ਕਤਲ ਕਰਦੇ ਬੰਦਾ ਜਿਹੜੇ ਹੱਥ ਦੇ ਖੂਨ ਨਾਲ ਲਿਬੜੇ ਹੋਣ ਤੇ ਉਧਰੋਂ ਦੀ ਮੁਹਾਵਰਾ ਬਣਿਆ। ਤੇ ਪੰਜਾਬੀ 'ਚ ਵੀ ਇਹਨਾਂ ਰਲਦਾ ਮਿਲਦਾ ਮੁਹਾਵਰਾ, ਅਸੀਂ ਨੇ ਰੰਗੇ ਹੱਥੀਂ ਫੜਿਆ ਗਿਆ। ਰੰਗੇ ਹੱਥੀਂ ਅਰਥਾਤ ਅਪਰਾਧ ਕਰਦੇ, ਗੁਨਾਹ ਕਰਦੇ, ਗੈਰ ਕਾਨੂੰਨੀ ਕੰਮ ਕਰਦੇ ਫੜਿਆ ਗਿਆ। ਜਿੱਦਾਂ ਕਹਿੰਦੇ ਅਸੀਂ ਕਹੀਏ ਦੀ ਥੀਫ ਵਾਜ਼ ਕੌਟ ਰੈਡ ਹੈਂਡਡ, ਅਰਥਾਤ ਚੋਰ ਰੰਗੇ ਹੱਥੀਂ ਫੜਿਆ ਗਿਆ। ਇਹਦਾ ਮਤਲਬ ਕੀ ਹੈ ਕਿ ਚੋਰ ਚੋਰੀ ਕਰਦੇ ਹੋਏ ਫੜਿਆ ਗਿਆ। ਹੀ ਵਾਜ਼ ਕੌਟ ਇਨ ਦੀ ਐਕਟ। ਠੀਕ ਹੈ, ਸੋ ਔਨ ਬੀਇੰਗ ਕੌਟ ਰੈਡ ਹੈਂਡਡ ਅਰਥਾਤ ਰੰਗੇ ਹੱਥੀਂ ਫੜੇ ਜਾਣ ਕਰਕੇ ਹੀ ਹੈਡ ਟੂ ਐਡਮਿਟ ਹਿਜ਼ ਮਿਸਟੇਕ, ਉਹਨੂੰ ਐਡਮਿਟ ਹੁੰਦਾ ਮੰਨਣਾ, ਹਿਜ਼ ਮਿਸਟੇਕ ਆਪਣੀ ਗਲਤੀ, ਉਹਨੂੰ ਆਪਣੀ ਗਲਤੀ ਮੰਨਣੀ ਪਈ। ਹੁਣ ਇਹ ਜਾਏਗਾ ਸਿੰਪਲ ਸੈਂਟੈਂਸ, ਤੇ ਇਹਨੂੰ ਅਸੀਂ ਚਾਰ ਤਰੀਕਿਆਂ ਨਾਲ ਕਰ ਸਕਦੇ ਹਾਂ। ਇੱਕ ਤੇ ਪਾ ਸਕਦੇ ਹਾਂ ਵੈਨ ਪਾ ਸਕਦੇ ਹਾਂ, ਜਦੋਂ, ਤੇ ਬਿਕੋਜ਼ ਕਿਉਂਕਿ, ਸਿੰਸ ਕਿਉਂਕਿ, ਐਜ਼ ਕਿਉਂਕਿ। ਵੈਨ ਹੀ ਵਾਜ਼ ਕੌਟ ਰੈਡ ਹੈਂਡਡ ਅਰਥਾਤ ਜਦੋਂ ਉਹ ਰੰਗੇ ਹੱਥੀਂ ਫੜਿਆ ਗਿਆ, ਹੀ ਹੈਡ ਟੂ ਐਡਮਿਟ ਹਿਜ਼ ਮਿਸਟੇਕ, ਉਹਨੂੰ ਆਪਣੀ ਗਲਤੀ ਮੰਨਣੀ ਪਈ। ਬਿਕੋਜ਼ ਹੀ ਵਾਜ਼ ਕੌਟ ਰੈਡ ਹੈਂਡਡ ਕਿਉਂਕਿ, ਇੱਥੇ ਹੈਗਾ ਜਦੋਂ, ਇੱਥੇ ਹੈ ਕਿਉਂਕਿ, ਕਿਉਂਕਿ ਹੀ ਵਾਜ਼ ਕੌਟ ਰੈਡ ਹੈਂਡਡ ਕਿਉਂਕਿ ਉਹ ਰੰਗੇ ਹੱਥੀਂ ਫੜਿਆ ਗਿਆ, ਹੀ ਹੈਡ ਟੂ ਐਡਮਿਟ ਹਿਜ਼ ਮਿਸਟੇਕ, ਉਹਨੂੰ ਆਪਣੀ ਗਲਤੀ ਮੰਨਣੀ ਪਈ। ਤੇ ਇੱਥੇ ਬਿਕੋਜ਼ ਦੀ ਜਗ੍ਹਾ ਸਿੰਸ ਲਿਖ ਦਿਓ ਜਾਂ ਐਜ਼ ਲਿਖ ਦਿਓ, ਬਾਕੀ ਸਾਰਾ ਸੈਂਟੈਂਸ ਉਹੀ ਹੈ। ਕਿਉਂਕਿ ਇੱਥੇ ਵੀ ਕਿਉਂਕਿ, ਇੱਥੇ ਜਦੋਂ। ਠੀਕ ਹੈ, ਅੱਗੇ ਚਲੀਏ, ਆ ਗਿਆ ਹੁਣ ਦੱਸੋ, ਇਨ ਸਪਾਈਟ ਆਫ ਆਲ ਹਿਜ਼ ਰਿਚਿਸ। ਇਨ ਸਪਾਈਟ ਆਫ ਬੱਚਿਆ ਵੀ ਇੱਕ ਫਰੇਜ਼ ਹੈਗਾ, ਇਨ ਸਪਾਈਟ ਆਫ ਮੈਨੇ ਬਾਵਜੂਦ, ਆਲ ਹਿਜ਼ ਰਿਚਿਸ ਉਹਦੇ ਸਾਰੇ ਸੁੱਖ ਸਾਧਨ, ਅਮੀਰੀ, ਸਾਰੇ ਸੁੱਖ ਸਾਧਨਾਂ ਦੇ ਬਾਵਜੂਦ ਹੀ ਹੈਡ ਨੋ ਪੀਸ ਆਫ ਮਾਈਂਡ, ਉਹਦੇ ਕੋਲ ਮਨ ਦੀ ਕੋਈ ਸ਼ਾਂਤੀ ਨਹੀਂ ਸੀ, ਉਹਦੇ ਕੋਲ ਮਨ ਦੀ ਸ਼ਾਂਤੀ ਬਿਲਕੁਲ ਨਹੀਂ ਸੀ। ਸੋ ਇਹਨੂੰ ਕਿੱਦਾਂ ਕਵਾਂਗੇ, ਆਲ ਦੋ, ਈਵਨ ਦੋ ਤੇ ਦੋ। ਜਿਹੜਾ ਆਲ ਦੋ ਹੈ ਬੱਚੇ ਉਹ ਜ਼ਿਆਦਾ ਫਾਰਮਲ ਹੈ, ਲਿਖਤੀ ਅੰਗਰੇਜ਼ੀ ਵਿੱਚ ਅਸੀਂ ਜ਼ਿਆਦਾਤਰ ਆਲ ਦੋ ਵਰਤਦੇ ਹਾਂ, ਤੇ ਜਿਹੜਾ ਦੋ ਹੈਗਾ ਉਹ ਬੋਲਚਾਲ ਦੀ ਅੰਗਰੇਜ਼ੀ 'ਚ ਵਰਤਦੇ ਹਾਂ, ਪਰ ਲਿਖਤੀ ਵਿੱਚ ਵੀ ਵਰਤਿਆ ਜਾਣਾ ਪ੍ਰਵਾਨ ਹੈ, ਉਹ ਕੋਈ ਗਲਤੀ ਨਹੀਂ ਮੰਨੀ ਜਾਂਦੀ। ਤੇ ਈਵਨ ਦੋ ਥੋੜ੍ਹਾ ਗੱਲ ਨੂੰ ਜ਼ਿਆਦਾ ਜ਼ੋਰ ਦੇ ਕੇ ਕਹਿਣਾ ਹੋਵੇ ਤਾਂ ਅਸੀਂ ਕਹਿੰਦੇ ਹਾਂ, ਪਰ ਇਹ ਤਿੰਨੋਂ ਠੀਕ ਨੇ। ਤੁਸੀਂ ਆਲ ਦੋ ਵੀ ਵਰਤ ਸਕਦੇ ਹੋ, ਈਵਨ ਦੋ ਵੀ ਵਰਤ ਸਕਦੇ ਹੋ, ਤੇ ਦੋ ਹੀ। ਤੈਨੂੰ ਕਿੱਦਾਂ ਕਰਨਾ ਹੈ, ਆਲ ਦੋ ਹੀ ਵਾਜ਼ ਰਿਚ, ਕਿਉਂਕਿ ਤੇ ਹੈਡ ਹੈਗਾ ਨਾ, ਇਹਦੇ ਕੋਲ ਹੈਡ, ਪਾਸਟ ਟੈਂਸ ਦੀ ਗੱਲ ਹੈ, ਇਸ ਕਰਕੇ ਵਾਜ਼। ਆਲ ਦੋ ਹੀ ਵਾਜ਼ ਰਿਚ, ਭਾਵੇਂ, ਆਲ ਦੋ ਦਾ ਮਤਲਬ ਹੈ ਭਾਵੇਂ ਜਾਂ ਹਾਲਾਂਕਿ, ਹਾਲਾਂਕਿ ਉਹ ਅਮੀਰ ਸੀ, ਭਾਵੇਂ ਉਹ ਅਮੀਰ ਸੀ, ਹੀ ਹੈਡ ਨੋ ਪੀਸ ਆਫ ਮਾਈਂਡ, ਉਹਦੇ ਕੋਲ ਮਨ ਦੀ ਸ਼ਾਂਤੀ ਨਹੀਂ ਸੀ।
ਸੋ ਇੱਥੇ ਕਰ ਈਵਨ ਦੋ ਲਿਖ ਦਿਓ ਇਹਦੀ ਜਗ੍ਹਾ ਤੇ, ਬਾਕੀ ਸਾਰਾ ਉਹੀ ਹੈ, ਭਾਵੇਂ ਕਿ ਉਹ ਅਮੀਰ ਸੀ, ਉਹਦੇ ਕੋਲ ਮਨ ਦੀ ਸ਼ਾਂਤੀ ਨਹੀਂ ਸੀ। ਹੁਣ ਆ ਗਿਆ ਕੁਐਸਚਨ ਨੰਬਰ 9, ਟ੍ਰਾਂਸਫਾਰਮ ਦੀ ਫੋਲੋਇੰਗ ਸਿੰਪਲ ਸੈਂਟੈਂਸਿਸ ਇਨਟੂ ਕੰਪਲੈਕਸ ਸੈਂਟੈਂਸਿਸ। ਉਹੀ ਸਿਰਲੇਖ ਹੈ, ਸਿੰਪਲ ਸੈਂਟੈਂਸ ਦਿੱਤੇ ਹੋਏ ਨੇ, ਇਹਨਾਂ ਨੂੰ ਕੰਪਲੈਕਸ ਸੈਂਟੈਂਸਾਂ ਵਿੱਚ ਅਸੀਂ ਤਬਦੀਲ ਕਰਨਾ ਹੈ। ਹੀ ਫੈਲਟ ਅਟਰਲੀ ਹੈਲਪਲੈਸ, ਅਟਰਲੀ ਮੈਨੇ ਮਤਲਬ ਕਿ ਸਿਰੇ ਦਾ, ਬਹੁਤ ਬੁਰੀ ਤਰ੍ਹਾਂ, ਹੈਲਪਲੈਸ ਮੈਨੇ ਲਾਚਾਰ, ਉਹਨੇ ਆਪਣੇ ਆਪ ਨੂੰ ਬੜੀ ਬੁਰੀ ਤਰ੍ਹਾਂ ਲਾਚਾਰ ਮਹਿਸੂਸ ਕੀਤਾ। ਸੋ ਇਹਨੂੰ ਕਿਵੇਂ ਕਰਾਂਗੇ, ਇੱਦਾਂ ਐਜ਼ ਇਫ ਕਰ ਦਾਂਗੇ। ਹੀ ਫੈਲਟ ਐਜ਼ ਇਫ ਹੀ ਵਾਜ਼ ਅਟਰਲੀ ਹੈਲਪਲੈਸ, ਉਹਨੂੰ ਇਹ ਮਹਿਸੂਸ ਹੋਇਆ ਜਿਵੇਂ ਕਿ ਉਹ ਬਹੁਤ ਬੁਰੀ ਤਰ੍ਹਾਂ ਲਾਚਾਰ ਸੀ। ਸ਼ੀਨਾ ਐਡਮਿਟਡ ਹਰ ਗਿਲਟ, ਸ਼ੀਨਾ ਪ੍ਰੋਪਰ ਨਾਉਨ ਹੈ, ਨਾਮ ਹੈਗਾ। ਐਡਮਿਟ ਮੈਨੇ ਕਬੂਲ ਕਰਨਾ, ਮੰਨਣਾ, ਐਡਮਿਟਡ ਮੈਨੇ ਮੰਨਿਆ, ਕਬੂਲ ਕੀਤਾ। ਹਰ ਆਪਣੀ, ਗਿਲਟ ਮੈਨੇ ਹੁੰਦਾ ਹੈ ਗੁਨਾਹ, ਅਪਰਾਧ, ਠੀਕ ਹੈ। ਸੋ ਗਿਲਟੀ ਕੌਣ ਹੁੰਦਾ, ਜਿਨੇ ਅਪਰਾਧ ਕੀਤਾ ਹੈ, ਗੁਨਾਹ ਕੀਤਾ ਹੈ, ਅਰਥਾਤ ਗੁਨਾਹਗਾਰ। ਗਿਲਟ ਨਾਉਨ ਹੈਗਾ ਤੇ ਗਿਲਟੀ ਕੀ ਹੈਗਾ, ਇਹ ਇੱਕ ਕਿਸਮ ਦਾ ਐਡਜੈਕਟਿਵ ਹੈਗਾ, ਠੀਕ ਹੈ। ਸੋ ਸ਼ੀਨਾ ਐਡਮਿਟਡ ਦੈਟ ਸ਼ੀ ਵਾਜ਼ ਗਿਲਟੀ, ਹਰ ਗਿਲਟ ਦਾ ਅਸੀਂ ਬਣਾਤਾ ਸ਼ੀ ਵਾਜ਼ ਗਿਲਟੀ। ਸ਼ੀਨਾ ਐਡਮਿਟਡ ਦੈਟ ਆ ਗਿਆ ਸ਼ੀ ਵਾਜ਼ ਗਿਲਟੀ। ਦੀ ਬੌਸ ਇਜ਼ ਲਾਈਕਲੀ ਟੂ ਪਨਿਸ਼ ਹਰ, ਅਰਥਾਤ ਲੱਗਦਾ ਹੈ ਕਿ ਬੌਸ ਨੂੰ ਸਜ਼ਾ ਦੇਗਾ। ਸੋ ਇਹਨੂੰ ਇੱਦਾਂ ਕਹਾਂਗੇ, ਜਦੋਂ ਇੱਦਾਂ ਹੋਵੇ, ਇਟ ਇਜ਼ ਲਾਈਕਲੀ ਦੈਟ ਦੀ ਬੌਸ ਵਿਲ ਪਨਿਸ਼ ਹਰ, ਠੀਕ ਹੈ। ਇਹ ਬੱਚੋ ਸਾਰੀ ਗੱਲਾਂ ਤੁਹਾਨੂੰ ਪ੍ਰੈਕਟਿਸ ਨਾਲ ਆਉਣਗੀਆਂ। ਸੈਂਟੈਂਸਿਸ ਬਹੁਤ ਸਾਰੇ ਨੇ, ਭਾਂਤ ਦੇ ਸੈਂਟੈਂਸ ਤੁਹਾਡੀ ਐਕਸਰਸਾਈਜ਼ ਵਿੱਚ ਦਿੱਤੇ ਨੇ, ਇਹ ਸਾਰੇ ਨੂੰ ਬਾਰ-ਬਾਰ ਕਰੋ, ਬਲਕਿ ਇਹਨੂੰ ਇੱਧਰ ਕਰੋ ਤੇ ਇਹ ਜਿਹੜਾ ਕੰਪਲੈਕਸ ਤੋਂ ਇਹ ਸਾਰੀ ਐਕਸਰਸਾਈਜ਼ ਨੂੰ ਤੁਸੀਂ ਡਬਲ ਕਰ ਸਕਦੇ ਹੋ, ਅਰਥਾਤ ਤੁਸੀਂ ਇਹਨੂੰ ਕੁਐਸਚਨ ਸਮਝ ਲਵੋ ਤੇ ਫਿਰ ਇਹ ਤੁਹਾਡਾ ਆਨਸਰ ਹੋ ਜਾਏਗਾ। ਮਤਲਬ ਕਿ ਤੁਸੀਂ ਇਹਨੂੰ ਸਿਰਲੇਖ ਨੂੰ ਕੀ ਕਰ ਦਿਓ, ਟ੍ਰਾਂਸਫਾਰਮ ਦੀ ਫੋਲੋਇੰਗ ਕੰਪਲੈਕਸ ਸੈਂਟੈਂਸਿਸ ਇਨਟੂ ਸਿੰਪਲ ਸੈਂਟੈਂਸਿਸ। ਤੁਸੀਂ ਇਹ ਜਿਹੜੇ ਆਨਸਰ ਨੇ ਇਹਨਾਂ ਨੂੰ ਕੁਐਸਚਨ ਬਣਾ ਲਓ, ਤੇ ਜਿਹੜੇ ਕੁਐਸਚਨ ਨੇ ਇਹ ਤੁਹਾਡੇ ਆਨਸਰ ਬਣ ਜਾਣਗੇ। ਸੋ ਤੁਹਾਡੀ ਡਬਲ ਪ੍ਰੈਕਟਿਸ ਦੋਨੋਂ ਪਾਸੇ ਹੋ ਜਾਏਗੀ, ਅਰਥਾਤ ਸਿੰਪਲ ਟੂ ਕੰਪਲੈਕਸ ਅਤੇ ਕੰਪਲੈਕਸ ਟੂ ਸਿੰਪਲ। ਜਦੋਂ ਤੁਸੀਂ ਦੋਹਰਾ ਕੰਮ ਇੱਦਾਂ ਕਰੋਗੇ ਤਾਂ ਤੁਹਾਡੀ ਅਭਿਆਸ ਔਰ ਮੁਹਾਰਤ ਜ਼ਿਆਦਾ ਵਧੀਆ ਹੋ ਜਾਏਗੀ, ਠੀਕ ਹੈ। ਅਗਲਾ ਦੇਖੀਏ, ਹੀ ਹੈਜ਼ ਇਨਫੋਰਮਡ ਹਰ ਆਫ ਹਰ ਰਿਜ਼ਲਟ, ਉਹਨੇ ਉਹਨੂੰ ਉਹਦੇ ਨਤੀਜੇ ਬਾਰੇ ਜਾਣਕਾਰੀ ਦੇ ਦਿੱਤੀ ਹੈ, ਠੀਕ ਹੈ। ਹੁਣ ਇਹਨੂੰ ਕਿੱਦਾਂ ਕਵਾਂਗੇ, ਹੀ ਹੈਜ਼ ਇਨਫੋਰਮਡ ਹਰ ਵਟ ਹਰ ਰਿਜ਼ਲਟ ਇਜ਼, ਉਹਨੇ ਉਹਨੂੰ ਦੱਸ ਦਿੱਤਾ ਹੈ ਕਿ ਉਹਦਾ ਨਤੀਜਾ ਕੀ ਹੈ, ਠੀਕ ਹੈ। ਵਟ ਹਰ ਰਿਜ਼ਲਟ ਇਜ਼। ਅੱਗੇ ਚਲਿਏ, that is the way to do it, ਇਹਨੂੰ ਕਰਨ ਦਾ ਇਹ ਢੰਗ ਹੈ। ਹੁਣ ਇਹਨੂੰ ਕਿੱਦਾਂ ਕਹਾਂਗੇ, ਇਹ ਸਿੰਪਲ ਸੈਂਟੈਂਸ ਹੈ। ਸੋ that is the way that it can be done, ਇਹ ਤਰੀਕਾ ਹੈ ਜਿਹਦੇ ਨਾਲ ਇਹ ਕੀਤਾ ਜਾ ਸਕਦਾ ਹੈ। ਤੇ ਜਾਂ ਫਿਰ ਅਸੀਂ ਇਹਨੂੰ ਉੱਦਾਂ ਵੀ ਕਹਿ ਸਕਦੇ ਹਾਂ, ਇਹ ਪੈਸਿਵ ਵੌਇਸ ਆ ਜਾਏਗੀ ਤੇ ਇਹ ਹੋ ਜਾਏਗੀ ਤੁਹਾਡੀ ਐਕਟਿਵ ਵੌਇਸ। that is the way that one can do it, one ਮਾਨੇ ਕੋਈ ਵੀ, he she ਕੋਈ ਵੀ ਹੋ ਸਕਦਾ, somebody can do it। that is the way that you can do it, ਅਸੀਂ ਜਦੋਂ ਕਿਸੇ ਨੂੰ ਸਲਾਹ ਦੇ ਰਹੇ ਹਾਂ ਜਾਂ ਕਿਸੇ ਨੂੰ ਗਾਈਡ ਕਰ ਰਹੇ ਹਾਂ, ਕਿਸੇ ਦੀ ਕੋਚਿੰਗ ਕਰ ਰਹੇ ਹਾਂ, ਕਿਸੇ ਦੀ ਮੈਂਟਰਿੰਗ ਕਰ ਰਹੇ ਹਾਂ, ਉਹਨੂੰ ਸਮਝਾ ਰਹੇ ਹਾਂ, ਤਾਂ ਅਸੀਂ ਇੱਦਾਂ ਕਹਿ ਸਕਦੇ that is the way that you can do it। ਇਹ ਵੀ ਇੱਦਾਂ ਲਿਖ ਸਕਦੇ ਹਾਂ ਐਜ਼ਿਊਮ ਕਰਕੇ। ਤੇ that is the way that we can do it, ਮੰਨ ਲਓ ਅਸੀਂ ਦੋ ਜਾਂ ਦੋ ਤੋਂ ਵੱਧ ਜਾਣੇ ਹਾਂ, ਅਸੀਂ ਸਾਂਝੇ ਤੌਰ ਤੇ ਕੋਈ ਕੰਮ ਕਰਦੇ ਪਏ ਹਾਂ, ਬਤੌਰ ਟੀਮ ਕੋਈ ਕੰਮ ਕਰਦੇ ਪਏ ਹਾਂ, ਤੇ ਕੰਮ ਕਿਤੇ ਅਟਕਿਆ ਹੋਇਆ ਤੇ ਸੋਚ ਰਹੇ ਹਾਂ, ਵਿਚਾਰ ਰਹੇ ਹਾਂ, ਤੇ ਇੱਕ ਬੰਦਾ ਕਹਿੰਦਾ that is the way that we can do it, ਹਾਂ ਇਹ ਢੰਗੇ ਅਸੀਂ ਇਹਨੂੰ ਇੱਦਾਂ ਕਰ ਸਕਦੇ ਹਾਂ। ਸੋ ਤੁਸੀਂ ਇਹ we you one ਆਪਣੇ ਨਾਲੋਂ ਇਨਸਰਟ ਕਰਕੇ ਅਸੀਂ ਇਹ ਸੈਂਟੈਂਸ ਨੂੰ ਚਾਰ ਢੰਗ ਨਾਲ ਲਿਖ ਸਕਦੇ ਹਾਂ ਕੰਪਲੈਕਸ ਬਣਾਉਣ ਲਈ, ਠੀਕ ਹੈ। ਫਿਰ having renounced the world these monks live on charity, ਠੀਕ ਹੈ ਬੱਚੋ। ਹੁਣ ਦੇਖੋ ਰਿਨਾਊਂਸ ਕੀ ਹੁੰਦਾ ਹੈ, ਰਿਨਾਊਂਸ ਹੁੰਦਾ ਤਿਆਗਣਾ, ਤਿਆਗ ਦੇਣਾ, ਤੇ ਚੈਰਿਟੀ ਕੀ ਹੁੰਦਾ, ਦਾਨ। having renounced the world ਅਰਥਾਤ ਦੁਨੀਆ ਨੂੰ ਤਿਆਗ ਚੁੱਕੇ ਹੋਣ ਕਰਕੇ, these monks ਹੁੰਦੇ ਸਾਧੂ, live on charity, ਇਹ ਜਿਹੜੇ ਸਾਧੂ ਨੇ ਦਾਨ ਉੱਤੇ ਜਿਉਂਦੇ ਹਨ, ਦਾਨ ਉੱਤੇ ਆਪਣੀ ਜ਼ਿੰਦਗੀ ਬਸ਼ਰ ਕਰਦੇ ਹਨ। ਹੁਣ ਬੱਚੇ ਚਲੋ ਇਹ ਗੱਲ ਜੇ ਆਈ ਹੈ ਤੇ ਮੈਂ ਨਾਲ ਦੇ ਨਾਲ, ਕਿਉਂਕਿ ਇਹ ਸੈਂਟੈਂਸ ਜਿਹੜਾ ਹੈ ਸਾਨੂੰ ਇੱਕ ਗਲਤ ਸੁਨੇਹਾ ਦਿੰਦਾ ਹੈ ਤੇ ਅਸੀਂ ਕੋਈ ਚੰਗੀ ਗੱਲ ਵੀ ਸਿੱਖਣੀ ਹੈ ਨਾਲ ਦੇ ਨਾਲ, ਅੰਗਰੇਜ਼ੀ ਸਿੱਖਣ ਦੇ ਨਾਲ ਨਾਲ। ਹੁਣ ਇਹ 'ਚ ਮੈਨੂੰ ਦੇਖੋ, ਇਹ ਰਿਨਾਊਂਸ ਲੋਕੀ ਦੁਨੀਆ ਛੱਡ ਦਿੰਦੇ ਨੇ, ਪਰ ਗੁਰੂ ਸਾਹਿਬ ਨੇ ਕਿਹਾ ਗ੍ਰਸਤ ਮੈਂ ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਗੁਰੂ ਸਾਹਿਬ ਨੇ ਕਿਹਾ ਗ੍ਰਸਤ ਛੱਡਣ ਦੀ ਲੋੜ ਨਹੀਂ ਹੈਗੀ। ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗਤ ਪਾਈ, ਬੰਦਾ ਗ੍ਰਸਤੀ ਹੋ ਕੇ ਵੀ
ਬੰਦਗੀ ਕਰ ਸਕਦਾ ਹੈ, ਭਗਤੀ ਕਰ ਸਕਦਾ ਹੈ, ਪਰਮਾਤਮਾ ਨਾਲ ਜੁੜ ਸਕਦਾ ਹੈ। ਗੁਰੂ ਸਾਹਿਬ ਨੇ ਕਿਹਾ, ਨਾਨਕ ਸਤਿਗੁਰ ਭੇਟਿਐ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਖਾਵੰਦਿਆਂ ਪਹਿਨੰਦਿਆਂ ਵਿੱਚੇ ਹੋਵੇ ਮੁਕਤ। ਹੱਸਦੇ ਖੇਡਦੇ ਕੰਮਕਾਰ ਕਰਦੇ, ਖੇਤੀ ਕਰਦੇ, ਦੁਕਾਨਦਾਰੀ ਵੀ ਬੰਦੇ ਦੀ ਮੁਕਤੀ ਹੋ ਸਕਦੀ ਹੈ, ਸੰਸਾਰ ਤਿਆਗਣ ਦੀ ਲੋੜ ਨਹੀਂ। ਤੇ ਜੇ ਤਿਆਗਣਾ, ਕੀ ਤਿਆਗਣਾ? ਗੁਰੂ ਸਾਹਿਬ ਕਹਿੰਦੇ ਨੇ, ਤਿਆਗਣਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਮੋਹ ਤਿਆਗਣਾ। ਜਿਹੜੀ ਚੀਜ਼ ਤਿਆਗਣ ਵਾਲੀ ਉਹ ਤੇ ਅਸੀਂ ਤਿਆਗਦੇ ਨਹੀਂ ਹੈਗੇ। ਅਸੀਂ ਕ੍ਰੋਧ ਨਹੀਂ ਤਿਆਗਦੇ, ਨਫ਼ਰਤ ਨਹੀਂ ਤਿਆਗਦੇ, ਗੁੱਸਾ ਨਹੀਂ ਤਿਆਗਦੇ, ਲਾਲਚ ਨਹੀਂ ਤਿਆਗਦੇ, ਅਹੰਕਾਰ ਨਹੀਂ ਤਿਆਗਦੇ, ਮੋਹ ਨਹੀਂ ਤਿਆਗਦੇ, ਈਰਖਾ ਨਹੀਂ ਤਿਆਗਦੇ। ਗੁਰੂ ਸਾਹਿਬ ਕਹਿੰਦੇ ਨੇ, ਰੋਟੀ ਨਾ ਤਿਆਗੋ, ਕੱਪੜੇ ਨਾ ਤਿਆਗੋ, ਪਰਿਵਾਰ ਨਾ ਤਿਆਗੋ, ਇਹ ਜਿਹੜੇ ਵਿਕਾਰ ਹੈਗੇ ਨੇ, ਭੈੜੀ ਸੋਚ ਤਿਆਗੋ। ਫਿਰ ਕਹਿੰਦੇ ਹੁਣ ਚੈਰਿਟੀ, ਇਹ ਦਾਨ ਤੇ ਜਿੰਦੇ ਨੇ। ਗੁਰੂ ਸਾਹਿਬ ਨੇ ਕਿਹਾ ਕਿਰਤ ਕਰਨੀ ਹੈ ਭਾਈ। ਕਾਲ ਖਾਏ ਕਿ ਛੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਸੋ ਬੱਚੋ, ਇਸ ਸੈਂਟੈਂਸ ਤੋਂ ਤੁਸੀਂ ਕੋਈ ਗਲਤ ਸੁਨੇਹਾ ਨਾ ਲੈ ਲੈਣਾ ਵੀ ਦੁਨੀਆ ਨੂੰ ਤਿਆਗਣਾ ਕੋਈ ਬੜੀ ਵੱਡੀ ਕੁਰਬਾਨੀ ਵਾਲੀ ਗੱਲ ਹੈ, ਬੜਾ ਚੰਗਾ ਸਟੈਪ ਹੈਗਾ, ਤੇ ਦਾਨ ਉੱਤੇ ਜੀਣਾ ਹੈ ਕੋਈ ਚੰਗੀ ਗੱਲ ਹੈ। ਗੁਰੂ ਸਾਹਿਬ ਨੇ ਕਿਹਾ ਕਿਰਤ ਕਰਨੀ ਹੈ, ਕੰਮ ਕੋਈ ਵੀ ਮਾੜਾ ਨਹੀਂ। ਜੁੱਤੀਆਂ ਗੰਢ ਲਓ, ਭਗਤ ਰਵਿਦਾਸ ਨੇ ਗੰਢੀਆਂ, ਤੇ ਭਗਤ ਕਬੀਰ ਜੀ ਨੇ ਜੁਲਾਹੇ ਸੀਗੇ, ਠੀਕ ਹੈ ਨਾ। ਗੁਰੂ ਸਾਹਿਬ ਨੇ ਆਪ ਖੇਤੀ ਕੀਤੀ। ਸੋ ਕੋਈ ਵੀ ਕੰਮ ਮਾੜਾ ਨਹੀਂ, ਤੇ ਅਸੀਂ ਕਦੀ ਵੀ ਕਿਸੇ ਅੱਗੇ ਹੱਥ ਨਹੀਂ ਅੱਡਣੇ, ਭੀਖ ਨਹੀਂ ਮੰਗਣੀ, ਤੇ ਕਿਸੇ ਵੀ ਕੰਮ ਨੂੰ ਮਾੜਾ ਜਾਂ ਛੋਟਾ ਨਹੀਂ ਸਮਝਣਾ। ਚਾਹੇ ਨਾਲੀ ਸਾਫ਼ ਕਰਨੀ ਹੋਵੇ, ਪੱਠੇ ਲਿਆਣੇ ਹੋਣ, ਪੱਠੇ ਕੁਤਰਨੇ ਹੋਣ, ਕੋਈ ਵੀ ਕੰਮ ਹੋਵੇ, ਸਾਫ਼ ਸਫਾਈ ਦਾ ਕੰਮ ਹੋਵੇ, ਸਾਨੂੰ ਹੱਸ ਖੇਡ ਕੇ ਖਿੜੇ ਮੱਥੇ ਕਰਨਾ ਚਾਹੀਦਾ ਹੈ। ਇਹਦੇ ਵਿੱਚ ਹੀ ਸਾਡਾ ਕੌਨਫੀਡੈਂਸ ਵੱਧਦਾ ਹੈ, ਸਾਡੀ ਸਿਹਤ ਵਧੀਆ ਰਹਿੰਦੀ ਹੈ, ਤੇ ਜਿਹੜਾ ਜੀਵਨ ਹੈ ਸਫਲ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਨਾਨਕ ਰਾਹ ਪਛਾਣੇ ਸੇ, ਘਾਲ ਖਾਏ ਕਿ ਛੱਥੋਂ ਦੇ। ਜਿਹੜਾ ਮਨੁੱਖ ਮਿਹਨਤ ਕਰਕੇ ਕਮਾਉਂਦਾ ਹੈ ਤੇ ਫਿਰ ਵੰਡ ਕੇ ਛਕਦਾ ਹੈ, ਉਹਨੇ ਜ਼ਿੰਦਗੀ ਦਾ ਸਹੀ ਰਾਹ ਪਛਾਣਿਆ ਹੈ। ਤੇ ਜਿਹੜੇ ਇਹ ਮੰਗਦੇ ਨੇ, ਇਹਨੂੰ ਤੇ ਗੁਰੂ ਸਾਹਿਬ ਕਹਿੰਦੇ ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਏ ਪਾਏ। ਜਿਹੜਾ ਆਪਣੇ ਨੂੰ ਗੁਰੂ ਪੀਰ ਸਾਧੂ ਅਖਵਾਉਂਦਾ ਹੈ ਤੇ ਘਰ ਘਰ ਮੰਗਣ ਜਾਂਦਾ ਹੈ, ਕਹਿੰਦੇ ਉਹਦੇ ਤੇ ਭੁੱਲ ਕੇ ਵੀ ਪੈਰੀਂ ਹੱਥ ਨਹੀਂ ਲਾਉਣੇ ਚਾਹੀਦੇ। ਇਹ ਹੱਟੇ ਕੱਟੇ ਬੰਦੇ ਜਿਹੜੇ ਹੈਗੇ ਨੇ। ਸੋ ਅਸੀਂ ਇਹ ਸੈਂਟੈਂਸ ਤੇ, ਚਲੋ ਅਸੀਂ ਅੰਗਰੇਜ਼ੀ ਦੀ ਗੱਲ ਸੀ, ਵਿੱਚ ਇਹ ਵਾਲੀ ਗੱਲਾਂ, ਰਿਨਾਊਂਸ ਦੀ ਗੱਲ ਆ ਗਈ, ਮੌਂਕਸ ਦੀ ਗੱਲ ਆ ਗਈ, ਚੈਰਿਟੀ ਦੀ ਗੱਲ ਆ ਗਈ, ਤਾਂ ਮੈਂ ਗੱਲ ਜੋੜ ਦਿੱਤੀ ਹੈ। ਸੋ ਇਸ ਸੈਂਟੈਂਸ ਨੂੰ ਤੁਸੀਂ ਸੈਂਟੈਂਸ ਬਣਾਉਣ ਤੱਕ ਹੀ ਰਹਿਣਾ, ਇਹ ਤੋਂ ਕੋਈ ਗਲਤ ਸਿੱਖਿਆ ਨਹੀਂ ਲੈਣੀ। ਸੋ ਅਸੀਂ ਕਿਰਤ ਵੀ ਕਰਨੀ ਹੈ, ਦੁਨੀਆ ਨਹੀਂ ਤਿਆਗਣੀ, ਤੇ ਵੰਡ ਕੇ ਛਕਣਾ। ਸੋ ਇਹਨੂੰ ਕਿੱਦਾਂ ਕਰਾਂਗੇ ਬੱਚੇ ਨੂੰ? ਸਿੰਸ, ਐਜ਼ ਜਾਂ ਬਿਕੋਜ਼ ਮੈਂ ਤੁਹਾਡੇ ਲਈ ਹੋਮਵਰਕ ਛੱਡ ਦਿੱਤਾ ਹੈ, ਸਿਰਫ ਸਿੰਸ ਦੀ ਜਗ੍ਹਾ ਬਿਕੋਜ਼ ਕਰ ਦਿਓ ਬਸ, ਤੇ ਉਹ ਬਾਕੀ ਉਹੀ ਸੈਂਟੈਂਸ ਆਏਗਾ। ਸਿੰਸ ਦੀਜ਼ ਮੌਂਕਸ ਹੈਵ ਰਿਨਾਊਂਸਡ ਦੀ ਵਰਲਡ, ਕਿਉਂਕਿ ਇਹਨਾਂ ਸਾਧੂਆਂ ਨੇ ਦੁਨੀਆ ਤਿਆਗ ਦਿੱਤੀ ਹੈ, ਦੇ ਲਿਵ ਔਨ ਚੈਰਿਟੀ, ਇਸ ਕਰਕੇ ਉਹ ਦਾਨ ਤੇ ਜਿਉਂਦੇ ਹਨ। ਸੋ ਸਿੰਸ ਦੀ ਜਗ੍ਹਾ ਐਜ਼ ਲਿਖ ਦਿਓ ਜਾਂ ਬਿਕੋਜ਼ ਲਿਖ ਦਿਓ। ਠੀਕ ਹੈ, ਅੱਗੇ ਚਲੀਏ। ਆਖਰੀ ਆ ਗਈ ਸਲਾਈਡ ਤੁਹਾਡੀ। ਹੀ ਕਮਸ ਆਫ ਅ ਰਿਚ ਐਂਡ ਨੋਬਲ ਫੈਮਿਲੀ, ਅਰਥਾਤ ਉਹ ਇੱਕ ਅਮੀਰ ਅਤੇ ਖਾਨਦਾਨੀ ਪਰਿਵਾਰ ਤੋਂ ਆਉਂਦਾ ਹੈ, ਮਤਲਬ ਕਿ ਇੱਕ ਅਮੀਰ ਅਤੇ ਖਾਨਦਾਨੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਹੁਣ ਇਹਦੇ ਕਿੱਦਾਂ ਕਵਾਂਗੇ? ਹੀ ਕਮਸ ਆਫ ਅ ਫੈਮਿਲੀ ਵਿਚ ਇਜ਼ ਰਿਚ ਐਂਡ ਨੋਬਲ। ਇਹ ਵਿੱਚ ਜਿਹੜੀ ਅਸੀਂ ਵਿੱਚ ਇਨਸਰਟ ਕਰ ਦਿੱਤਾ, ਵਿੱਚ ਜਿਹੜਾ ਸੀਗਾ ਨਾ, ਇਹ ਸਾਡਾ ਕੰਜੰਕਸ਼ਨ ਬਣ ਗਿਆ, ਜਿਹਨੇ ਇਹਨੂੰ ਕੰਪਲੈਕਸ ਬਣਾਤਾ। He comes of a family which is rich and noble. फिर आगे there I saw many beautiful palaces. Places नहीं हैगा, प्ले जे ए ना होवे फिर बन जाता places, जेदा मतलब होता है थां, ते जे ए आ जाए फिर बन जाता पैलेस, जिन्हों कहते हैं महल। सो पैलेसेस मैंने महल दा बहुवचन हो गया, ब्यूटीफुल मैंने सोहने। there I saw many beautiful palaces, अर्थात उत्थे मैं बड़े सोहने महल देखे। सो किद्दां कहांगे? That is the place, ਇਹ ਉਹ ਥਾਂ ਹੈ, where, ਜਿੱਥੇ I saw many beautiful palaces, ਮੈਂ ਬਹੁਤ ਸਾਰੇ ਸੋਹਣੇ ਮਹਲ ਦੇਖੇ। She likes my style, ਉਹਨੂੰ ਮੇਰੀ ਅਦਾ ਪਸੰਦ ਹੈ। ਸੋ ਇਹਨੂੰ ਕਿੱਦਾਂ ਕਹਾਂਗੇ? She likes what my style is, ਉਹਨੂੰ ਪਸੰਦ ਹੈ ਜੋ ਮੇਰੀ ਅਦਾ ਹੈ। ਠੀਕ ਹੈ, ਫਿਰ ਆ ਗਿਆ he seems to be a fool, ਉਹ ਇੱਕ ਮੂਰਖ ਜਾਪਦਾ ਹੈ। ਤੈਨੂੰ ਕਿੱਦਾਂ ਕਹਾਂਗੇ? It seems that he is a fool, ਇਵੇਂ ਜਾਪਦਾ ਹੈ ਕਿ ਉਹ ਇੱਕ ਮੂਰਖ ਹੈ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀਆਂ ਦੋ ਐਕਸਰਸਾਈਜ਼ਸ, ਜਿਹਦੇ ਵਿੱਚ ਅਸੀਂ ਸਿੰਪਲ ਸੈਂਟੈਂਸਿਸ ਨੂੰ ਕੰਪਲੈਕਸ ਸੈਂਟੈਂਸਿਸ ਵਿੱਚ ਤਬਦੀਲ ਕੀਤਾ ਹੈ। ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਅਨੁਸ਼ਾਸਨ ਦੇ ਨਾਲ, ਉਤਸ਼ਾਹ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।